ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਪਿਆਰੀ ਸਾਧ ਸੰਗਤ ਜੀ। ਅੱਜ ਨਵਾਂ ਸਾਲ ਹੈ, ਨਵੇਂ ਸਾਲ ਦਾ ਪਹਿਲਾ ਦਿਨ ਹੈ, ਸਨ 2022। ਸਾਡੇ ਵੱਲੋਂ, ਸਾਡੇ ਚੈਨਲ ਵੱਲੋਂ, ਸਾਡੀ YouTube ਦੀ ਪੂਰੀ ਫੈਮਿਲੀ ਨੂੰ ਲੱਖ ਲੱਖ ਮੁਬਾਰਕਾਂ। ਸਾਡੀ ਦਿਲੋਂ ਅਰਦਾਸ ਹੈ ਤੁਹਾਡੇ ਸਾਰਿਆਂ ਵਾਸਤੇ ਕਿ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਮਿਲੇ, ਤਰੱਕੀ, ਬਰਕਤ, ਸਾਰਾ ਕੁਝ, ਹਰ ਖੁਸ਼ੀ ਤੁਹਾਡੇ ਕਦਮਾਂ ਦੇ ਵਿੱਚ ਹੋਵੇ। ਘਰ ਦੇ ਵਿੱਚ ਦੁੱਖ ਕਲੇਸ਼, ਬਿਮਾਰੀਆਂ, ਨੈਗੇਟਿਵਿਟੀ ਸਾਰਾ ਕੁਝ ਹੀ ਦੂਰ ਹੋ ਜਾਵੇ। ਸਾਡੀ ਦਿਲੋਂ ਦੁਆ ਆ ਕਿ ਪੀਰ ਬਾਦਸ਼ਾਹ ਅੱਲਾਹ ਤਾਲਾ ਰੱਬ ਵਾਹਿਗੁਰੂ ਜੀ ਤੁਹਾਡੀਆਂ ਸਾਰਿਆਂ ਦੀਆਂ ਸਮਰਾਦਾਂ ਪੂਰੀਆਂ ਕਰਨ। ਤੁਹਾਨੂੰ ਜ਼ਿੰਦਗੀ ਦੀ ਉਹ ਹਰ ਖੁਸ਼ੀ ਮਿਲੇ ਜੋ ਤੁਹਾਨੂੰ ਚਾਹੀਦੀ ਹੈ, ਜੋ ਜ਼ਰੂਰਤ ਹੈ। ਸਾਡੀ ਦਿਲੋਂ ਤਮੰਨਾ ਹੈ ਇਹ। ਸੋ ਤੁਸੀਂ ਇਸ ਸਾਲ ਜੋ ਗੁਜ਼ਰ ਚੁੱਕਾ ਹੈ, ਤੁਸੀਂ ਇਸ ਚੈਨਲ ਨੂੰ ਬਹੁਤ ਪਿਆਰ ਦਿੱਤਾ, ਬਹੁਤ ਵੀਡੀਓ ਦੇਖੀਆਂ, ਲਾਈਕ ਕੀਤੀਆਂ, ਸ਼ੇਅਰ ਕੀਤੀਆਂ, ਕਮੈਂਟ ਚੰਗੇ ਚੰਗੇ ਕੀਤੇ, ਉਹਦੇ ਲਈ ਵੀ ਤੁਹਾਡਾ ਲੱਖਾਂ ਕਰੋੜਾਂ ਹੀ ਧੰਨਵਾਦ ਹੈ। ਤੇ ਇਦਾਂ ਹੀ ਅਸੀਂ ਮਾਣ ਕਰਦੇ ਹਾਂ ਤੁਹਾਡੇ ਤੇ, ਆਸ ਰੱਖਦੇ ਹਾਂ ਕਿ ਇਸ ਸਾਲ ਵੀ ਤੁਸੀਂ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਦੇਖੋਗੇ, ਸ਼ੇਅਰ ਕਰੋਗੇ, ਲਾਈਕ ਕਰੋਗੇ, ਕਮੈਂਟ ਕਰੋਗੇ, ਸਬਸਕ੍ਰਾਈਬ ਕਰੋਗੇ। ਸੋ ਪੀਰ ਬਾਦਸ਼ਾਹ ਤੁਹਾਡੀਆਂ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਕਰਨ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਫਕੀਰ ਤੇ ਕੀੜੀਆਂ ਦੀ ਕਹਾਣੀ ਦੱਸਾਂਗੇ, ਜਿਹੜੀ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਕੰਮ ਆਵੇਗੀ। ਸਫਲ ਹੋਣ ਦੇ ਵਿੱਚ, ਗਰੀਬੀ ਨੂੰ ਦੂਰ ਕਰਨੇ ਦੇ ਵਿੱਚ, ਦੁੱਖਾਂ ਕਲੇਸ਼ਾਂ ਨੂੰ ਦੂਰ ਕਰਨੇ ਦੇ ਵਿੱਚ ਬਹੁਤ ਕੰਮ ਆਵੇਗੀ ਜੇਕਰ ਆਪਾਂ ਇਹਦੇ ਤੇ ਗੌਰ ਕਰਦੇ ਹਾਂ, ਇਹਨੂੰ ਸਮਝਦੇ ਹਾਂ। ਸੋ ਆਓ ਅੱਜ ਦੀ ਕਹਾਣੀ ਵੱਲ ਚੱਲਦੇ ਹਾਂ। ਕਿਸੇ ਜੰਗਲ ਦੇ ਵਿੱਚ ਇੱਕ ਫਕੀਰ ਤਪੱਸਿਆ ਕਰਿਆ ਕਰਦੇ ਸਨ, ਉਸ ਰੱਬ ਦੀ ਬੰਦਗੀ ਕਰਿਆ ਕਰਦੇ ਸਨ। ਇਸ ਤਰ੍ਹਾਂ ਹੀ ਉਹਨਾਂ ਨੂੰ ਬੰਦਗੀ ਕਰਦਿਆਂ ਕਾਫੀ ਸਮਾਂ ਗੁਜ਼ਰ ਗਿਆ। ਉਹਨਾਂ ਦੇ ਕੋਲ ਇੱਕ ਇਨਸਾਨ ਕਦੀ ਕਦਾਈ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਆਇਆ ਕਰਦਾ ਸੀ ਤੇ ਆ ਕੇ ਉਹਨਾਂ ਦੀਆਂ ਰੂਹਾਨੀ ਗੱਲਾਂ ਸੁਣਿਆ ਕਰਦਾ ਸੀ। ਇੱਕ ਵਾਰ ਉਹਨੇ ਪੁੱਛਿਆ ਕਿ ਗੁਰੂ ਜੀ, ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦਾ ਹਾਂ, ਸਫਲ ਹੋਣਾ ਚਾਹੁੰਦਾ ਹਾਂ, ਮੈਂ ਕੀ ਕਰਾਂ? ਮੈਨੂੰ ਕੋਈ ਗੁਰਮੰਤਰ ਦਿਓ, ਕੋਈ ਰਸਤਾ ਦੱਸੋ ਕਿ ਮੈਂ ਕਿੱਦਾਂ ਸਫਲ ਹੋਵਾਂ, ਕਿੱਦਾਂ ਗਰੀਬੀ ਨੂੰ ਦੂਰ ਕਰਾਂ, ਕਾਮਯਾਬ ਹੋਵਾਂ। ਤਾਂ ਉਹਨਾਂ ਫਕੀਰਾਂ ਨੇ ਉਸ ਆਦਮੀ ਨੂੰ ਕੁਝ ਗੱਲਾਂ ਖਾਸ ਦੱਸੀਆਂ। ਉਹ ਕਿਹੜੀਆਂ ਗੱਲਾਂ ਸਨ? ਉਹ ਫਕੀਰ ਕਹਿਣ ਲੱਗੇ ਕਿ ਮੈਂ ਜੋ ਤੈਨੂੰ ਦੱਸਣ ਲੱਗਾ ਹਾਂ, ਇਹਨੂੰ ਬੜੇ ਗੌਰ ਦੇ ਨਾਲ, ਬੜੇ ਧਿਆਨ ਦੇ ਨਾਲ ਸੁਣੀ, ਜੇ ਹੋ ਸਕੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀ। ਉਹ ਕਹਿਣ ਲੱਗੇ ਕਿ ਕੀ ਤੂੰ ਕਦੇ ਕਿਸੇ ਵੀ ਕੀੜੀਆਂ ਨੂੰ ਨਿਰਾਸ਼ ਹੋ ਕੇ ਵਾਪਸ ਆਪਣੇ ਘਰ ਨੂੰ ਜਾਂਦੇ ਹੋਏ ਦੇਖਿਆ ਹੈ? ਜਦੋਂ ਕਿ ਕੋਈ ਉਹਨਾਂ ਦਾ ਰਾਹ ਰੋਕ ਦਿੰਦਾ ਹੈ ਜਾਂ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਪੱਥਰ, ਕੋਈ ਲੱਕੜੀ ਜਾਂ ਕੋਈ ਡੰਡਾ ਸੁੱਟ ਦਿੰਦਾ ਹੈ, ਕੀ ਤੂੰ ਕਦੀ ਉਹਨਾਂ ਨਿਰਾਸ਼ ਹੋ ਕੇ ਵਾਪਸ ਜਾਂਦੇ ਦੇਖਿਆ ਹੈ? ਨਹੀਂ, ਇੱਦਾਂ ਕਦੀ ਵੀ ਨਹੀਂ ਹੁੰਦਾ ਹੈ ਕਿ ਕੀੜੀਆਂ ਦਾ ਰਸਤਾ ਰੋਕਿਆ ਜਾਵੇ ਤਾਂ ਉਹ ਨਿਰਾਸ਼ ਹੋ ਕੇ ਵਾਪਸ ਆਪਣੇ ਘਰ ਨੂੰ ਮੁੜ ਜਾਣ। ਫਕੀਰ ਕਹਿਣ ਲੱਗੇ ਕਿ ਤੂੰ ਕਦੀ ਇਹ ਦੇਖਿਆ ਹੈ ਕਿ ਜਦੋਂ ਗਰਮੀਆਂ ਹੁੰਦੀਆਂ ਹਨ, ਕੀੜੀਆਂ ਆਪਣੇ ਕੰਮ ਦੇ ਵਿੱਚ ਲਗਾਤਾਰ 24 ਘੰਟੇ ਹੀ ਲੱਗੀਆਂ ਰਹਿੰਦੀਆਂ ਹਨ। ਉਹ ਗਰਮੀਆਂ ਦੇ ਮੌਸਮ ਦੇ ਵਿੱਚ ਉਹ ਵੱਧ ਤੋਂ ਵੱਧ ਖਾਣਾ ਇਕੱਠਾ ਕਰ ਸਕਦੀਆਂ ਹਨ, ਜਿੰਨਾ ਉਹ ਕਰ ਸਕਦੀਆਂ ਹਨ। ਉਹ ਆਪਣੇ ਵਜਨ ਤੋਂ 10 ਗੁਣਾ ਭਾਰੀ ਚੀਜ਼ ਵੀ ਖਾਣ ਵਾਲੀ ਆਪਣੀ ਘਰ ਤੱਕ ਉਹ ਲੈ ਕੇ ਜਾਂਦੀਆਂ ਹਨ, ਤਾਂ ਕਿ ਉਹਨਾਂ ਨੂੰ ਠੰਡ ਦੇ ਵਿੱਚ ਜਾਂ ਮੀਂਹ, ਤੂਫਾਨ, ਬਰਸਾਤ ਦੇ ਵਿੱਚ ਬਾਹਰ ਨਾ ਨਿਕਲਣਾ ਪਵੇ ਤੇ ਬੜੇ ਆਰਾਮ ਦੇ ਨਾਲ ਆਪਣੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਉਹ ਇਸੇ ਕਰਕੇ ਸਾਰਾ ਸਮਾਨ ਚੰਗੇ ਮੌਸਮ ਦੇ ਵਿੱਚ ਹੀ ਜਮ੍ਹਾਂ ਕਰ ਲੈਂਦੇ ਆ ਤਾਂ ਜੋ ਜ਼ਿੰਦਗੀ ਬੜੇ ਆਰਾਮ ਦੇ ਨਾਲ ਗੁਜ਼ਰ ਸਕੇ। ਉਹ ਫਕੀਰ ਕਹਿਣ ਲੱਗੇ, ਤੂੰ ਇਹਨਾਂ ਕੀੜੀਆਂ ਦੀਆਂ 4 ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਲੈ। ਆਂਟ ਨੈਵਰ ਕੁਇਟ, ਕਹਿਣ ਦਾ ਮਤਲਬ ਕਿ ਕੀੜੀਆਂ ਕਦੇ ਵੀ ਹਥਿਆਰ ਨਹੀਂ ਸੁੱਟਦੀਆਂ, ਕਦੇ ਵੀ ਗਿਵ ਅਪ ਨਹੀਂ ਕਰਦੀਆਂ। ਚਾਹੇ ਕੀੜੀਆਂ ਦੇ ਅਸੀਂ ਰਸਤੇ ਨੂੰ ਰੋਕ ਲਈਏ, ਜਦੋਂ ਲਾਈਨ ਬਣਾ ਕੇ ਚੱਲਦੀਆਂ ਹਨ, ਚਾਹੇ ਅਸੀਂ ਉਹਨਾਂ ਦੇ ਰਸਤੇ ਵਿੱਚ ਕੋਈ ਪੱਥਰ, ਕੋਈ ਪੱਤਾ, ਕੋਈ ਡੰਡਾ ਰੱਖ ਦਈਏ, ਪਰ ਉਹ ਆਪਣੇ ਰਸਤੇ ਨੂੰ ਕਦੇ ਨਹੀਂ ਛੱਡਦੀਆਂ। ਉਹ ਆਲੇ ਦੁਆਲੇ ਚਾਰੇ ਪਾਸਿਓਂ ਇੱਕ ਨਵਾਂ ਰਸਤਾ ਲੱਭ ਕੇ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦੀਆਂ ਹਨ। ਕਿਸੇ ਤਰ੍ਹਾਂ ਵੀ ਉਹ ਰਸਤਾ ਲੱਭਣ, ਪਰ ਉਹ ਰਸਤਾ ਜ਼ਰੂਰ ਲੱਭਦੀਆਂ ਆ। ਰਸਤੇ ਵਿੱਚ ਆਏ ਮੁਸ਼ਕਲ ਨੂੰ ਦੇਖ ਕੇ ਉਹ ਵਾਪਸ ਘਰ ਨੂੰ ਨਹੀਂ ਮੁੜਦੀਆਂ, ਸਗੋਂ ਕਿ ਨਵਾਂ ਰਸਤਾ ਲੱਭਦੀਆਂ ਹਨ। ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ ਵਿੱਚ ਜੋ ਮਰਜ਼ੀ ਮੁਸੀਬਤ ਆ ਜਾਵੇ, ਪਰ ਸਾਡੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਿੱਡੀ ਮਰਜ਼ੀ ਪ੍ਰੋਬਲਮ ਆ ਜਾਵੇ, ਪਰ ਅਸੀਂ ਕੁਇਟ ਨਹੀਂ ਕਰਨਾ ਆ, ਨਿਰਾਸ਼ ਹੋ ਕੇ ਵਾਪਸ ਘਰ ਨੂੰ ਨਹੀਂ ਮੁੜਨਾ ਆ, ਸਗੋਂ ਆਲੇ ਦੁਆਲੇ ਚਾਰੇ ਪਾਸਿਓਂ ਨਵਾਂ ਰਸਤਾ ਖੋਜ ਕੇ ਆਪਣੀ ਮੰਜ਼ਿਲ ਤੱਕ ਵਧਣਾ ਹੈ। ਜਿੱਦਾਂ ਕੀੜੀਆਂ ਕੁਇਟ ਨਹੀਂ ਕਰਦੀਆਂ, ਤੁਸੀਂ ਵੀ ਕੁਇਟ ਨਹੀਂ ਕਰਨਾ ਆ।
ਸਗੋਂ ਆਲੇ ਦੁਆਲੇ ਰਸਤਾ ਲੱਭ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਜ਼ਰੂਰ ਹੈ। ਤਾਂ ਹੀ ਸਾਨੂੰ ਅਸੀਮ ਸੁੱਖ ਮਿਲੇਗਾ, ਅਸੀਂ ਕਾਮਯਾਬ ਹੋਵਾਂਗੇ, ਗਰੀਬੀ ਨੂੰ ਦੂਰ ਕਰ ਸਕਾਂਗੇ। ਤੁਸੀਂ ਕਦੇ ਵੀ ਹਾਰ ਨਹੀਂ ਮੰਨਣੀ ਆ। ਜੇਕਰ ਇੱਕ ਰਸਤਾ ਬੰਦ ਹੋ ਗਿਆ ਤਾਂ ਦੂਸਰਾ ਰਸਤਾ ਪਰਮਾਤਮਾ ਜ਼ਰੂਰ ਖੋਲ ਦਿੰਦਾ ਹੈ। ਬਸ ਲੋੜ ਹੁੰਦੀ ਆ ਸਾਡੇ ਹੌਸਲੇ ਦੀ, ਸਾਡੇ ਜਜ਼ਬੇ ਨੂੰ, ਅੱਗੇ ਵਧਣ ਦੇ ਜਜ਼ਬੇ ਨੂੰ। ਇੱਕ ਰਸਤਾ ਬੰਦ ਹੋ ਗਿਆ ਤਾਂ ਕੋਈ ਗੱਲ ਨਹੀਂ, ਪਰਮਾਤਮਾ ਨੇ ਅਨੇਕਾਂ ਹੀ ਰਸਤੇ ਖੋਲ ਦਿੱਤੇ ਹੁੰਦੇ ਹਨ। ਬਸ ਉਸ ਰਸਤੇ ਨੂੰ ਲੱਭਣ ਦੀ ਲੋੜ ਹੁੰਦੀ ਆ, ਉਹ 'ਤੇ ਚੱਲਣ ਦੀ ਲੋੜ ਹੁੰਦੀ ਆ। ਇਸ ਕਰਕੇ ਅੱਜ ਤੋਂ ਹੀ ਇਹ ਗੱਲ ਪੱਲੇ ਬੰਨ੍ਹ ਲਵੋ, ਇਹ ਨਵੇਂ ਸਾਲ ਦੇ ਵਿੱਚ ਨੈਵਰ ਗਿਵ ਅਪ, ਨੈਵਰ ਕੁਇਟ। ਆਪਣਾ 1000% ਦੇਣਾ ਹੈ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ, ਆਪਣੇ ਲਕਸ਼ ਨੂੰ ਪੂਰਾ ਕਰਨੇ ਦੇ ਲਈ। ਅਸੀਂ ਇੱਕ ਵਾਰੀ, ਦੋ ਵਾਰੀ, 4 ਵਾਰੀ ਫੇਲ ਹੋਵਾਂਗੇ, ਪਰ 5ਵੀਂ ਵਾਰ ਅਸੀਂ ਕਾਮਯਾਬ ਜ਼ਰੂਰ ਹੋਵਾਂਗੇ, ਕਿਉਂਕਿ ਮਿਹਨਤ ਨੂੰ ਹੀ ਫਲ ਲੱਗਦੇ ਆ। ਮਿਹਨਤ ਦੇ ਨਾਲ ਹੀ ਇਨਸਾਨ ਕਾਮਯਾਬ ਹੁੰਦਾ ਹੈ। ਸੋ ਪਿੱਛੇ ਮੁੜਨਾ, ਕੁਇਟ ਕਰਨਾ, ਗਿਵ ਅਪ ਕਰਨਾ, ਇਹ ਸ਼ਬਦ ਜ਼ਿੰਦਗੀ ਵਿੱਚੋਂ ਹੀ ਕੱਢ ਦਿਓ, ਤਾਂ ਹੀ ਸਫਲ ਹੋਵਾਂਗੇ। ਦੂਸਰੀ ਗੱਲ, ਕੀੜੀਆਂ ਕਦੇ ਨਹੀਂ ਸੋਚਦੀਆਂ ਕਿ ਸਾਰੀ ਜ਼ਿੰਦਗੀ ਗਰਮੀਆਂ ਦਾ ਹੀ ਮੌਸਮ ਰਹੇਗਾ। ਇਸੇ ਕਰਕੇ ਸਾਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਮਾਂ ਸਾਰੀ ਜ਼ਿੰਦਗੀ ਚੰਗਾ ਨਹੀਂ ਰਹੇਗਾ, ਆਰਾਮਦਾਇਕ ਨਹੀਂ ਰਹੇਗਾ। ਜਦੋਂ ਗਰਮੀਆਂ ਹੁੰਦੀਆਂ, ਕੀੜੀਆਂ ਗਰਮੀਆਂ ਦੇ ਵਿੱਚ ਆਰਾਮ ਨਹੀਂ ਕਰਦੀਆਂ, ਸਗੋਂ ਆਪਣੇ ਕੰਮ ਨੂੰ ਦਿਨ ਰਾਤ ਕਰਦੀਆਂ ਹਨ। ਉਹ ਵੱਧ ਤੋਂ ਵੱਧ ਖਾਣਾ ਇਕੱਠਾ ਕਰਦੀਆਂ ਤਾਂ ਜੋ ਔਖੇ ਸਮੇਂ ਇਹਦੀ ਵਰਤੋਂ ਕੀਤੀ ਜਾ ਸਕੇ। ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਜਦੋਂ ਸਾਡਾ ਚੰਗਾ ਸਮਾਂ ਚੱਲਦਾ ਹੋਵੇ ਤਾਂ ਉਹਨੂੰ ਬੈਠ ਕੇ, ਨਿਕੰਮੇ ਬੈਠ ਕੇ, ਘਰ ਬੈਠ ਕੇ ਜਾਂ ਘੁੰਮ ਫਿਰ ਕੇ ਬਤੀਤ ਨਹੀਂ ਕਰਨਾ ਆ। ਉਸ ਸਮੇਂ ਦਾ ਸਦਉਪਯੋਗ ਕਰਨਾ ਆ, ਵੱਧ ਤੋਂ ਵੱਧ ਮਿਹਨਤ ਕਰਨੀ ਆ ਤੇ ਆਪਣੇ ਔਖੇ ਸਮੇਂ ਲਈ ਧਨ ਜੋੜਨਾ ਹੈ ਤੇ ਆਪਣੇ ਆਪ ਨੂੰ ਕੰਮ ਦੇ ਵਿੱਚ ਸਦਾ ਹੀ ਵਿਅਸਤ ਰੱਖਣਾ ਹੈ, ਜਿੱਦਾਂ ਕੀੜੀਆਂ ਰੱਖਦੀਆਂ ਹਨ, ਤਾਂ ਜੋ ਔਖੇ ਸਮੇਂ ਉਹ ਧਨ ਸਾਡੀ ਸਹਾਇਤਾ ਕਰ ਸਕੇ ਤੇ ਅਸੀਂ ਔਖੇ ਸਮੇਂ ਦੇ ਵਿੱਚ ਬੜੀ ਆਸਾਨੀ ਦੇ ਨਾਲ ਉਹਦਾ ਗੁਜ਼ਾਰਾ ਕਰ ਸਕੀਏ। ਸੋ ਕਦੇ ਵੀ ਵਿਹਲੇ ਬੈਠਣ ਬਾਰੇ ਨਹੀਂ ਸੋਚਣਾ ਹੈਗਾ ਆ। ਬਸ ਲਗਾਤਾਰ ਹੀ ਕੰਮ ਕਰਦੇ ਰਹਿਣਾ ਹੈ। ਪਰਿਸ਼ਰਮ ਹੀ ਸਭ ਕੁਝ ਹੈ, ਕਰਮ ਹੀ ਸਭ ਕੁਝ ਹੈ। ਸੋ ਕਰਮ ਕਰਦੇ ਰਹੋ, ਫਲ ਉਸ ਪਰਮਾਤਮਾ ਨੇ ਆਪੇ ਹੀ ਦੇ ਦੇਣਾ ਹੈ। ਸੋ ਕਹਿਣ ਦਾ ਮਤਲਬ ਆ ਕਿ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਆ। ਜੇ ਚੰਗਾ ਸਮਾਂ ਆ ਤਾਂ ਵੱਧ ਤੋਂ ਵੱਧ ਮਿਹਨਤ ਕਰਕੇ ਸੁੱਖ ਸਾਧਨਾਂ ਨੂੰ ਇਕੱਠੇ ਕਰਦੇ ਰਹੋ, ਮਿਹਨਤ ਕਰਦੇ ਰਹੋ, ਤਾਂ ਹੀ ਕਾਮਯਾਬ ਹੋਵਾਂਗੇ। ਸਰਦੀਆਂ ਦੇ ਵਿੱਚ, ਤੂਫਾਨਾਂ ਦੇ ਵਿੱਚ ਕੀੜੀਆਂ ਸਦਾ ਹੀ ਗਰਮੀ ਵਾਲੇ ਮੌਸਮ ਨੂੰ ਵੀ ਯਾਦ ਰੱਖਦੀਆਂ ਹਨ। ਔਖੇ ਸਮੇਂ ਦੇ ਵਿੱਚ ਵੀ ਉਹ ਚੰਗੇ ਆਪਣੇ ਸਮੇਂ ਨੂੰ ਯਾਦ ਰੱਖਦੀਆਂ ਹਨ, ਜਿਹਦੇ ਨਾਲ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਹੌਸਲਾ ਮਿਲਦਾ, ਮੋਟੀਵੇਸ਼ਨ ਮਿਲਦੀ ਆ। ਕੀੜੀਆਂ ਇਸ ਕਰਕੇ ਵੀ ਚੰਗੇ ਸਮੇਂ ਨੂੰ ਯਾਦ ਰੱਖਦੀਆਂ, ਉਹ ਸੋਚਦੀਆਂ ਹਨ ਕਿ ਜੇਕਰ ਚੰਗਾ ਸਮਾਂ ਗੁਜ਼ਰ ਗਿਆ ਤੇ ਇਹ ਮਾੜਾ ਸਮਾਂ ਵੀ ਗੁਜ਼ਰ ਹੀ ਜਾਏਗਾ, ਕਿਉਂਕਿ ਨਾ ਦਿਨ ਚੰਗੇ ਸਦਾ ਰਹਿੰਦੇ ਹਨ ਤੇ ਨਾ ਹੀ ਮਾੜੇ ਰਹਿੰਦੇ ਹਨ। ਜੇ ਚੰਗਾ ਸਮਾਂ ਗੁਜ਼ਰ ਗਿਆ ਤੇ ਮਾੜਾ ਸਮਾਂ ਵੀ ਗੁਜ਼ਰ ਜਾਏਗਾ। ਇਸੇ ਤਰ੍ਹਾਂ ਤੁਸੀਂ ਵੀ ਸੋਚੋ ਕਿ ਜੇ ਅੱਜ 4 ਦਿਨ ਭਾਰੇ ਹਨ ਤਾਂ ਕੋਈ ਗੱਲ ਨਹੀਂ, ਅੱਜ ਦੁੱਖ ਆ ਤੇ ਕੱਲ੍ਹ ਨੂੰ ਸੁੱਖ ਵੀ ਜ਼ਰੂਰ ਆਵੇਗਾ। ਜ਼ਿੰਦਗੀ ਦੇ ਵਿੱਚ ਬਹਾਰ ਵੀ ਜ਼ਰੂਰ ਆਵੇਗੀ। ਰਾਤ ਤੋਂ ਬਾਅਦ ਦਿਨ ਜ਼ਰੂਰ ਚੜ੍ਹਦਾ ਹੈ, ਦਿਨ ਤੋਂ ਬਾਅਦ ਰਾਤ ਵੀ ਜ਼ਰੂਰ ਆਉਂਦੀ ਆ। ਇਸੇ ਤਰ੍ਹਾਂ ਤੁਸੀਂ ਕਦੇ ਨਹੀਂ ਸੋਚਣਾ ਕਿ ਜੇ 4 ਦਿਨ ਔਖੇ ਆ ਗਏ ਤਾਂ ਹੁਣ ਜ਼ਿੰਦਗੀ ਦੀ ਬੱਸ ਆ, ਅਸੀਂ ਸਫਲ ਨਹੀਂ ਹੋਣਾ। ਬਿਲਕੁਲ ਨਹੀਂ, ਬਸ ਲਗਾਤਾਰ ਮਿਹਨਤ ਕਰਦੇ ਰਹੋ, ਕੀੜੀਆਂ ਦੇ ਵਾਂਗੂ ਚੱਲਦੇ ਰਹੋ, ਫਿਰ ਦੇਖੋ ਕਿੱਦਾਂ ਧੰਨ ਧੰਨ ਹੁੰਦੀ ਆ। ਚੌਥੀ ਅਤੇ ਆਖਰੀ ਗੱਲ, ਬਹੁਤ ਹੀ ਜ਼ਰੂਰੀ ਗੱਲ, ਕੀੜੀਆਂ ਦੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ, ਉਹਨਾਂ ਨੂੰ ਕੋਈ ਗਿਣਤੀ ਨਹੀਂ ਆਉਂਦੀ। ਉਹ ਵੱਧ ਤੋਂ ਵੱਧ ਉਹ ਚੀਜ਼ਾਂ ਇਕੱਠੀਆਂ ਕਰ ਲੈਂਦੀਆਂ ਹਨ ਜਿਨ੍ਹਾਂ ਨੂੰ ਆਸਾਨੀ ਦੇ ਨਾਲ ਖਾ ਸਕਦੀਆਂ ਹਨ। ਉਹ ਵੱਧ ਤੋਂ ਵੱਧ ਮਿਹਨਤ ਕਰਦੀਆਂ ਜਿੰਨਾ ਉਹ ਕਰ ਸਕਦੀਆਂ ਹਨ। ਸਾਡੇ ਇਨਸਾਨਾਂ ਵਾਂਗੂ ਉਹ ਚੀਜ਼ਾਂ ਨੂੰ ਗਣਾਉਂਦੇ ਨਹੀਂ ਆ, ਸੁਣਾਉਂਦੇ ਨਹੀਂ ਆ, ਸਗੋਂ ਆਪਣੀ ਮਿਹਨਤ ਤੇ ਹੀ ਉਹ ਵਿਸ਼ਵਾਸ ਰੱਖਦੀਆਂ ਹਨ। ਛੋਟੀਆਂ ਛੋਟੀਆਂ ਖੁਸ਼ੀਆਂ ਤੇ ਉਹ ਬੈਠ ਕੇ ਆਰਾਮ ਨਹੀਂ ਕਰਦੀਆਂ, ਸਗੋਂ ਲਗਾਤਾਰ ਹੀ ਉਹ ਪ੍ਰਯਾਸ ਕਰਦੀਆਂ ਹਨ, ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਯਤਨਸ਼ੀਲ ਰਹਿੰਦੀਆਂ ਹਨ। ਸੋ ਇਸੇ ਤਰ੍ਹਾਂ ਹੀ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬੜਾ ਕਰਨਾ ਚਾਹੁੰਦੇ ਆ, ਸਫਲ ਹੋਣਾ ਚਾਹੁੰਦੇ ਆ, ਹਰ ਖੁਸ਼ੀ ਪਾਉਣਾ ਚਾਹੁੰਦੇ ਆ, ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਆ, ਤਾਂ ਇਹਨਾਂ 4 ਗੁਣਾਂ ਨੂੰ ਅੱਜ ਤੋਂ ਹੀ ਆਪਣੇ ਅੰਦਰ ਲੈ ਕੇ ਆਵੋ। ਹੌਲੀ ਹੌਲੀ ਦੇਖਿਓ, ਤੁਸੀਂ ਆਪ ਕਹੋਗੇ ਕਿ ਸਾਡਾ ਸਮਾਂ ਬਦਲ ਰਿਹਾ ਹੈ, ਅਸੀਂ ਕਾਮਯਾਬ ਹੋ ਰਹੇ ਹਾਂ, ਸਾਡੇ ਘਰ ਦੇ ਵਿੱਚ ਬਰਕਤ ਆਉਣ ਲੱਗ ਪਈ ਆ, ਗਰੀਬੀ ਹਟਣ ਲੱਗ ਪਈ ਆ। ਸੋ
ਸਿਰਫ ਇਹਨਾਂ ਗੱਲਾਂ ਤੇ ਗੌਰ ਕਰਨੇ ਦੀ, ਇਹਨਾਂ ਗੱਲਾਂ ਨੂੰ ਅਪਣਾਉਣ ਦੀ ਜ਼ਰੂਰਤ ਹੁੰਦੀ ਆ। ਇਹ ਸਾਰੀਆਂ ਹੀ ਬਹੁਤ ਹੀ ਜ਼ਰੂਰੀ ਗੱਲਾਂ ਹੁੰਦੀਆਂ ਹਨ। ਜਿਹੜਾ ਇਨਸਾਨ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦਾ ਹੈ ਉਹੀ ਕਾਮਯਾਬ ਹੁੰਦਾ ਹੈ। ਵਿਹਲੇ ਬੈਠ ਕੇ, ਨਕਾਰਾ ਬੈਠ ਕੇ ਜਾਂ ਸੋਚ ਕੇ ਕੱਲ੍ਹ ਨੂੰ ਕਰ ਲਵਾਂਗੇ, ਪਰਸੋਂ ਨੂੰ ਕਰ ਲਵਾਂਗੇ, ਇੱਦਾਂ ਦਾ ਇਨਸਾਨ ਕਦੇ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਉਸ ਕੰਮ ਨੂੰ ਕਰੋ ਜਿਹੜਾ ਤੁਸੀਂ ਆਸਾਨੀ ਦੇ ਨਾਲ ਕਰ ਸਕਦੇ ਆ। ਉਸ ਕੰਮ ਨੂੰ ਕਰੋ ਜਿਹਦੇ ਵਿੱਚ ਤੁਹਾਡਾ ਦਿਲ ਲੱਗਦਾ ਹੈ, ਮਨ ਲੱਗਦਾ ਹੈ, ਤੁਹਾਨੂੰ ਚਾਅ ਚੜ੍ਹਦਾ ਹੈ ਕੰਮ ਕਰਨ ਦੇ ਵਿੱਚ। ਉਹੀ ਕੰਮ ਨੂੰ ਸ਼ੁਰੂ ਕਰੋ, ਉਹਦੇ ਵਿੱਚ ਹੀ ਤੁਸੀਂ ਸਫਲ ਹੋਵਾਂਗੇ, ਕਿਉਂਕਿ ਦਿਲੋਂ ਕੀਤਾ ਹੋਇਆ ਕੰਮ ਹੀ ਸਦਾ ਸਫਲ ਹੁੰਦਾ ਹੈ। ਮਨ ਮਾਰ ਕੇ ਕੀਤਾ ਹੋਇਆ ਕੰਮ ਕਦੇ ਸਫਲਤਾ ਨਹੀਂ ਦਿੰਦਾ। ਸੋ ਕੰਮ ਵੀ ਉਹੀ ਕਰੋ ਜਿਹਦੇ ਵਿੱਚ ਤੁਹਾਡੀ ਰੁਚੀ ਆ, ਦਿਲ ਲੱਗਦਾ ਹੈ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਮਿਹਨਤ ਮੁਸ਼ੱਕਤ ਸਦਾ ਹੀ ਕਰਦੇ ਰਹੋ, ਸਹੀ ਦਿਸ਼ਾ ਵੱਲ ਕਰੋ। ਮਾਂ ਬਾਪ ਦੀ ਇੱਜ਼ਤ, ਪੀਰੋ ਮੁਰਸ਼ਦ ਦਾ ਨਾਮ ਸਿਮਰਨ, ਇੱਜ਼ਤ ਜ਼ਰੂਰ ਕਰੋ, ਦੂਸਰਿਆਂ ਦੀ ਸਹਾਇਤਾ ਕਰੋ ਇਸ ਸਾਲ ਦੇ ਵਿੱਚ। ਤਾਂ ਪੀਰੋ ਮੁਰਸ਼ਦ ਤੁਹਾਡੀਆਂ ਸਾਰਿਆਂ ਦੀਆਂ ਮੁਰਾਦਾਂ ਜ਼ਰੂਰ ਪੂਰੀਆਂ ਕਰਨਗੇ।